हाँ जी, ਮਾਲਵਾ ਬੈਡ ਲਾਈਫ ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਸਾਰੇ ਮੇਰੇ ਵੀਰਾਂ ਤੇ ਭੈਣ ਭਰਾਵਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਵੀਰੋ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਪੁਲਿਸ ਦੀ ਰੀਜ਼ਨਿੰਗ। ਸੋ ਇਹ ਰੀਜ਼ਨਿੰਗ ਜਿਹੜੀ ਹੈਗੀ ਹੈ ਪੂਰੀ ਫ੍ਰੀ ਆਫ ਕੋਸਟ ਤੁਹਾਨੂੰ ਵਧੀਆ ਮੈਟਰ ਪ੍ਰੋਵਾਈਡ ਕਰਾਵਾਂਗੇ। ਟਿਪਸ ਐਂਡ ਟ੍ਰਿਕਸ ਜਿਹੜੀਆਂ ਵੀ ਹੋਣਗੀਆਂ ਉਹ ਸਾਰੀਆਂ ਬਿਹਤਰੀਨ ਹੋਣਗੀਆਂ, ਕੋਈ ਫालतू ਚੀਜ਼ ਨਹੀਂ ਕਰਾਣੀ। ਜੋ ਐਗਜ਼ਾਮ ਦੇ ਵਿੱਚ ਆਂਦਾ ਸਵਾਲ ਉਸ ਰਿਲੇਟਡ ਹੀ ਸਾਰੀਆਂ ਚੀਜ਼ਾਂ ਕਰਾਵਾਂਗੇ। ਮੈਂ ਸਾਰੇ ਪ੍ਰੀਵੀਅਸ ਐਗਜ਼ਾਮਸ ਨੂੰ ਐਨਾਲਿਸਿਸ ਕਰ ਲਿਆ ਹੈ ਤੇ ਉਸ ਦੇ ਅਕੋਰਡਿੰਗ ਉਹਨਾਂ ਦੇ ਸਮ ਹੀ ਚੱਕ ਕੇ ਤੁਹਾਨੂੰ ਸਮਝਾਵਾਂਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੇ ਬੇਸਿਕਸ ਕਲੀਅਰ ਕਰਿਆ ਕਰਾਂਗੇ ਵੀ ਕਿਵੇਂ ਆਪਾਂ ਸਮ ਸੋਲਵ ਕਰਨਾ ਹੈ ਤੇ ਮੈਥਡ ਦੱਸਿਆ ਕਰਾਂਗੇ। ਫਿਰ ਆਪਾਂ 5 ਜਾਂ 6 ਕੁਐਸਚਨ ਜਿਹੜੇ ਵੀ ਪਿਛਲੇ ਸਾਲਾਂ ਦੇ ਐਗਜ਼ਾਮਸ ਦੇ ਵਿੱਚ ਆਏ ਨੇ ਉਹ ਆਪਾਂ ਹੱਲ ਕਰਿਆ ਕਰਾਂਗੇ। ਠੀਕ ਹੈ ਜੀ। ਸੋ ਇਸ ਕਾਂਸਟੇਬਲ ਤੇ ਸਬ ਇੰਸਪੈਕਟਰ ਦੋਵਾਂ ਲਈ ਹੈ। ਠੀਕ ਹੈ ਜੀ। ਕਾਂਸਟੇਬਲ ਲਈ ਤਾਂ ਖਾਸ ਕਰਕੇ ਹੈ ਕਿਉਂਕਿ ਉਹਨਾਂ ਦੇ ਰਿਲੇਟਡ ਰੀਜ਼ਨਿੰਗ ਜਿਹੜੀ ਹੈਗੀ ਬਹੁਤ ਘੱਟ, ਮਤਲਬ ਕਿ ਇੰਨੀ ਹਾਈ ਲੈਵਲ ਦੀ ਨਹੀਂ ਹੁੰਦੀ, ਕਾਮਨ ਹੁੰਦੀ ਹੈ। ਸੋ ਉਹਦੇ ਵਿੱਚ ਵੀ ਮੇਰੇ ਬਹੁਤ ਵੀਰ ਮਾਰ ਖਾ ਜਾਂਦੇ ਨੇ ਕਿਉਂਕਿ ਉਹ ਟਾਈਮ 'ਤੇ ਪੂਰੀ ਨਹੀਂ ਕਰ ਪਾਉਂਦੇ ਰੀਜ਼ਨਿੰਗ ਦਾ, ਜਿਹੜਾ ਤੁਹਾਨੂੰ ਪਤਾ ਉਹ ਟਫ ਹੁੰਦਾ ਮੈਥ ਤੇ ਰੀਜ਼ਨਿੰਗ। ਸੋ ਆਪਾਂ ਅੱਜ ਇਸ ਵੀਡੀਓ ਵਿੱਚ ਟ੍ਰਿਕਸ ਐਂਡ ਟਿਪਸ ਇਹੋ ਜਿਹੀਆਂ ਦੱਸਾਂਗੇ ਕਿ ਤੁਸੀਂ 30 ਮਿੰਟ ਦੇ ਵਿੱਚ ਆਪਣੇ ਮੈਥ ਤੇ ਰੀਜ਼ਨਿੰਗ ਤੁਸੀਂ ਕੰਪਲੀਟ ਕਰ ਲਓਗੇ। ਸੋ ਪਹਿਲਾਂ ਆਪਾਂ ਚੈਪਟਰਸ ਦੱਸ ਦਈਏ। ਜਿਹੜਾ ਪਹਿਲਾ ਚੈਪਟਰ ਹੈ ਨੰਬਰ ਐਂਡ ਲੈਟਰ ਸੀਰੀਜ਼ ਤੇ ਸੀਕੁਐਂਸਿੰਗ, ਇਹ ਆਪਾਂ ਦੋ ਚੈਪਟਰ ਹੈ ਜਿਹੜੇ ਇਹ ਲਾਸਟ ਤੇ ਕਰਾਂਗੇ। ਇਸ ਦਾ ਕਾਰਨ ਕੀ ਹੈ, ਇਹ ਥੋੜੇ ਜਿਹੇ ਇਹਨਾਂ ਦੀ ਟਿਪਸ ਐਂਡ ਟ੍ਰਿਕਸ ਲੌਂਗ ਨੇ, ਤੁਹਾਨੂੰ ਜਲਦੀ ਸਮਝ ਨਹੀਂ ਆਉਣਗੀਆਂ, ਇਸ ਕਰਕੇ ਇਹ ਜ਼ਿਆਦਾ ਟਾਈਮ ਲੈਣਗੀਆਂ। ਇਹ ਕਮ ਸੇ ਕਮ 1 ਹਫ਼ਤੇ ਦਾ ਕੰਮ ਹੈ। ਠੀਕ ਹੈ ਜੀ, ਦੋਵਾਂ ਦਾ। ਸੋ ਸਟੇਟਮੈਂਟ ਐਂਡ ਕਨਕਲੂਜਨ ਇਹ ਜਿਹੜਾ ਹੈਗਾ 2 ਵੀਡੀਓਜ਼ ਦਾ ਕੰਮ ਹੈ। ਠੀਕ ਹੈ ਜੀ, 2 ਵੀਡੀਓਜ਼ ਦੇ ਵਿੱਚ ਤੁਹਾਨੂੰ ਮੈਂ ਇਹ ਸਾਰਾ ਚੈਪਟਰ ਕਲੀਅਰ ਕਰ ਦੇਣਾ। ਸੋ ਇਹ ਅੱਜ ਆਪਾਂ ਇਹਦੀ ਸ਼ੁਰੂਆਤ ਕਰਾਂਗੇ। ਠੀਕ ਹੈ। ਅਗਲਾ ਪੈਟਰਨ ਕੰਪਲੀਸ਼ਨ, ਇਹ 1 ਦਿਨ ਦਾ ਚੈਪਟਰ ਹੈ ਜੀ। ਇਹਦੇ ਵਿੱਚ 1 ਦਿਨ ਵੀ ਨਹੀਂ, 1 ਵੀਡੀਓ ਹੀ ਦੇਖ ਲਓ ਤੁਸੀਂ ਮੇਰੀ, ਬਸ ਉਸ ਦੇ ਵਿੱਚ ਹੀ ਕਲੀਅਰ ਹੋ ਜਾਣਾ। ਠੀਕ ਹੈ ਜੀ। ਇਹ ਵੀ ਆਪਾਂ ਨੈਕਸਟ ਇਦੋਂ ਅਗਲਾ ਇਹ ਸ਼ੁਰੂ ਕਰ ਦਾਂਗੇ। ਆਰਡਰ ਐਂਡ ਰੈਂਕਿੰਗ, ਇਹ ਬਹੁਤ ਈਜ਼ੀ ਚੈਪਟਰ ਹੈ ਬਟ ਮੇਰੇ ਜਿਹੜੇ ਫਰੈਂਡਸ ਨੇ ਜਾਂ ਮੇਰੇ ਦੋਸਤ ਜਿਹੜੇ ਹੈਗੇ ਕਹਿੰਦੇ ਇਹ ਬਹੁਤ ਸਾਨੂੰ ਡਿਫਿਕਲਟ ਲੱਗਦਾ ਹੈ, ਪਰ ਜਿਹੜੀਆਂ ਮੈਂ ਟ੍ਰਿਕਸ ਤੇ ਟਿਪਸ ਦੱਸੂਗਾ ਉਸ ਦੇ ਅਕੋਰਡਿੰਗ ਤੁਹਾਡੇ ਕੋਲ ਸਿਰਫ 3 ਵੀਡੀਓਜ਼ ਲੱਗਣੀਆਂ ਇਸ ਦੇ ਉੱਪਰ। 3 ਵੀਡੀਓਜ਼ ਤੋਂ ਬਾਅਦ ਤੁਹਾਨੂੰ ਇਹ ਜਿਹੜਾ ਚੈਪਟਰ ਹੈ ਇਦਾਂ ਲੱਗੇਗਾ ਜਿਵੇਂ ਤੁਸੀਂ ਬਸ ਕੁਐਸਚਨ ਪੜ੍ਹਿਆ ਨਹੀਂ ਤੇ ਆਨਸਰ ਨਾਲ ਦੀ ਨਾਲ ਤੁਸੀਂ ਮੂੰਹ ਜ਼ਬਾਨੀ ਕੱਢ ਦੇਣਾ। ਠੀਕ ਹੈ ਜੀ। ਡਾਇਰੈਕਸ਼ਨ ਐਂਡ ਡਿਸਟੈਂਸ, ਜਿਹੜਾ ਕਿ ਕਾਮਨਲੀ ਬਹੁਤ ਡਿਫਿਕਲਟੀ ਪੈਦਾ ਕਰਦਾ ਹੈ ਕਿਉਂਕਿ ਕਈ ਬੱਚਿਆਂ ਨੂੰ ਸਟੇਟਮੈਂਟ ਹੀ ਸਮਝ ਨਹੀਂ ਆਉਂਦੀ। ਇਹ ਵੀ ਆਪਾਂ 1-2 ਵੀਡੀਓਜ਼ ਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਾਂਗੇ। ਈਜ਼ੀ ਹੈ ਕਾਫੀ, ਕਾਂਸਟੇਬਲ ਰੈਂਕ ਦੇ ਅਕੋਰਡਿੰਗ ਤੇ ਸਬ ਇੰਸਪੈਕਟਰ ਦੇ ਰੈਂਕ ਦੇ ਅਕੋਰਡਿੰਗ ਇਹ ਦੋਵੇਂ ਈਜ਼ੀ ਹੈ। ਰਿਲੇਸ਼ਨਸ਼ਿਪ ਪ੍ਰੋਬਲਮਸ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੋਸਤਾਂ ਨੂੰ ਕਹਿਣਾ ਚਾਹੂੰਗਾ ਆਪਣੇ ਭੈਣ ਭਰਾ ਜਾਂ ਆਪਣੇ ਸਾਰੇ ਤਾਏ ਚਾਚਿਆਂ ਦੇ ਮੁੰਡਿਆਂ ਦੇ ਮਤਲਬ ਰਿਲੇਸ਼ਨ ਚੈੱਕ ਕਰੋ, ਤੁਹਾਡਾ ਕੀ ਰਿਲੇਸ਼ਨ ਬਣਦੇ ਆ, ਵੀ ਤੁਸੀਂ ਉਹਦੇ ਕੀ ਲੱਗਦੇ ਹੋ। ਇਹ ਚੀਜ਼ਾਂ ਤੁਹਾਨੂੰ ਪਤਾ ਹੋਣਗੀਆਂ ਤਾਂ ਹੀ ਤੁਸੀਂ ਈਜ਼ੀਲੀ ਇਸ ਸਮ ਨੂੰ ਸੋਲਵ ਕਰ ਸਕੋਗੇ। ਸੋ ਆਪਾਂ ਅੱਜ ਸ਼ੁਰੂਆਤ ਕਰਦੇ ਹਾਂ ਸਟੇਟਮੈਂਟ ਐਂਡ ਕਨਕਲੂਜਨ ਤੋਂ। ਠੀਕ ਹੈ ਜੀ। ਹਾਂਜੀ ਸਾਰੇ ਦਰਸ਼ਕੋ, ਪਹਿਲਾਂ ਸਟੇਟਮੈਂਟ ਐਂਡ ਕਨਕਲੂਜਨ ਆਪਣਾ ਚੈਪਟਰ ਹੈ। ਇਹ ਈਜ਼ੀ ਹੈ, ਇਸੇ ਕਰਕੇ ਮੈਂ ਸੋਚਿਆ ਵੀ ਬੱਚਿਆਂ ਨੂੰ ਪਹਿਲੇ ਦਿਨ ਹਾਰਡ ਵਰਕ ਕਿਉਂ ਕਰਾਉਣਾ, ਤੇ ਆਪਾਂ ਪਹਿਲੇ ਦਿਨ ਥੋੜ੍ਹਾ ਜਿਹਾ ਈਜ਼ੀ ਤੋਂ ਸਟਾਰਟ ਕਰਾਂਗੇ। ਈਜ਼ੀ ਤੋਂ ਫਿਰ ਆਪਾਂ ਹੌਲੀ ਹੌਲੀ ਸਾਰੇ ਹਾਰਡ ਚੈਪਟਰ ਸ਼ੁਰੂ ਕਰਦੇ ਰਹਾਂਗੇ ਤਾਂ ਕਿ ਤੁਹਾਨੂੰ ਜਲਦੀ ਸਮਝ ਆਉਣਗੇ। ਤੁਹਾਡਾ ਉਨੀ ਮੈਂਟਲ ਐਬਿਲਿਟੀ ਮਤਲਬ ਕਿ ਤੇਜ਼ ਹੋਊਗੀ ਵੀ ਤੁਸੀਂ ਕਿਵੇਂ ਮਤਲਬ ਕਿ ਹੱਲ ਕਰਦੇ ਹੋ। ਸੋ ਇਸ ਦਾ ਸਟੇਟਮੈਂਟ ਐਂਡ ਕਨਕਲੂਜਨ ਵਿੱਚ ਤੁਹਾਨੂੰ ਪਤਾ ਇੱਕ ਸਟੇਟਮੈਂਟ ਦਿੱਤੀ ਹੁੰਦੀ ਹੈ ਤੇ ਕਨਕਲੂਜਨ ਵੀ ਨਾਲ ਦਿੱਤੇ ਹੁੰਦੇ ਆ। ਤੁਹਾਨੂੰ ਬਾਕੀ ਸੈਂਪਲ ਪੇਪਰ ਦਿਖਾਵਾਂਗੇ, ਉਦੋਂ ਆਨਸਰ ਕਰਾਂਗੇ, ਤੁਹਾਨੂੰ ਪਤਾ ਲੱਗ ਜਾਵੇਗਾ। ਤੇ ਉਸ ਦੇ ਵਿੱਚ ਦੱਸਣਾ ਹੁੰਦਾ ਹੈ ਵੀ ਪਹਿਲਾ ਫੋਲੋ ਕਰਦਾ ਹੈ, ਦੂਸਰਾ ਫੋਲੋ ਕਰਦਾ ਹੈ, ਪਹਿਲਾ ਤੇ ਦੂਸਰਾ ਦੋਵੇਂ ਫੋਲੋ ਕਰਦੇ ਹੈ, ਦੋਵੇਂ ਨਹੀਂ ਫੋਲੋ ਕਰਦੇ। ਠੀਕ ਹੈ, ਨਾਈਦਰ 1 ਨਾਈਦਰ 2। ਫਿਰ ਲਿਖਿਆ ਹੁੰਦਾ ਨੋ 1 ਨੋ ਆਲ ਅਬਵ। ਠੀਕ ਹੈ, ਕੋਈ ਵੀ ਉਹ ਤੋਂ ਫੋਲੋ ਨਹੀਂ ਕਰਦਾ। ਠੀਕ ਹੈ ਜੀ। ਸੋ ਉਸ ਰਿਲੇਟਡ ਆਪਾਂ ਜਿਹੜਾ ਹੈਗਾ ਇਹ ਪੇਪਰ ਦੇ ਵਿੱਚ 2 ਕੁਐਸਚਨ ਆਉਂਦੇ ਹੁੰਦੇ ਇਸ ਦੇ ਰਿਲੇਟਡ ਤੇ ਆਪਾਂ ਉਹਦੇ ਬਾਰੇ ਵੀ ਦੱਸਾਂਗੇ। ਠੀਕ ਹੈ ਜੀ। ਕੁਐਸਚਨਸ ਕਿਹੋ ਜਿਹੇ ਹੈਗੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਕੇਸਿਸ ਹੈ ਜਿਹੜੇ ਕਿ ਬਹੁਤ ਜ਼ਰੂਰੀ ਨੇ। ਕੇਸਿਸ 5 ਤਰ੍ਹਾਂ ਦੇ ਨੇ। ਠੀਕ ਹੈ ਜੀ, ਜਿਹੜੇ ਕਿ ਤੁਸੀਂ ਹੁਣ ਸਕਰੀਨਸ਼ਾਟ ਵੀ ਲੈ ਸਕਦੇ ਹੋ, ਮੈਂ ਹੁਣ ਤੁਹਾਨੂੰ ਸਮਝਾਉਣ ਵੀ ਲੱਗਿਆ ਪ੍ਰੋਪਰਲੀ। ਠੀਕ ਹੈ ਜੀ। ਸਕਰੀਨਸ਼ਾਟ ਉਹ ਵੀਰਾਂ ਲਈ ਹੈ ਜਿਹੜੇ ਕਿ ਸਮਝ ਕੇ ਉਸ ਤੋਂ ਬਾਅਦ ਉਹਨਾਂ ਨੇ ਰੱਟਣੇ ਆ, ਬਾਅਦ ਚ ਮਤਲਬ ਕਿ ਦਿਮਾਗ ਦੇ ਵਿੱਚ ਰੱਖਣੇ ਵੀ ਇਹ ਚੀਜ਼ ਸਰ ਨੇ ਸਮਝਾਈ ਸੀ, ਇਹ ਲੈ ਸਕਦੇ ਹੋ ਤੁਸੀਂ। ਹੁਣ ਮੈਂ ਸਮਝਾਉਣ ਜਾ ਰਿਹਾ ਤੁਹਾਨੂੰ। ਠੀਕ ਹੈ ਜੀ। ਜਿਹੜਾ ਹੁਣ ਪਹਿਲੇ ਕੇਸ 'ਚ ਗੱਲ ਹੋਈ ਹੈ ਆਲ ਬੁੱਕਸ ਆਰ ਪੇਪਰਸ। ਠੀਕ ਹੈ ਜੀ। ਹੁਣ ਆਲ ਬੁੱਕਸ ਦੇ ਵਿੱਚ ਕੀ ਆਊਗਾ ਮੇਰੇ ਵੀਰੋ, ਆਲ ਨੂੰ ਹਮੇਸ਼ਾ ਆਪਾਂ ਛੋਟਾ ਸਰਕਲ ਮੰਨਣਾ ਹੈ। ਠੀਕ ਹੈ ਜੀ, ਜਿੰਦੇ ਵਿੱਚ ਆਪਾਂ ਲਿਖ ਦਾਂਗੇ ਬੁੱਕਸ। ਠੀਕ ਹੈ ਜੀ, ਬੁੱਕਸ ਲਿਖਤਾ। ਠੀਕ ਹੈ ਜੀ। ਹੁਣ ਆ ਗਿਆ ਪੇਪਰਸ। ਹੁਣ ਆਲ ਬੁੱਕਸ ਆਰ ਪੇਪਰਸ, ਆ ਸਾਰੀਆਂ ਬੁੱਕਸ ਹੋ ਗਈਆਂ ਤੇ ਉਹ ਸਾਰੀਆਂ ਹੈਗੀਆਂ ਪੇਪਰਸ ਹੈ। ਠੀਕ ਹੈ ਜੀ। ਇਹ ਬਣ ਗਿਆ ਪੇਪਰ ਦਾ ਸਰਕਲ। ਹੁਣ ਮੇਰੇ ਵੀਰ ਬਹੁਤ ਜਾਣੇ ਹੈਗੇ ਆ ਉਹ ਸਰਕਲ ਦੇ ਵਿੱਚ ਉਲਝ ਜਾਂਦੇ ਵੀ ਅਸੀਂ ਕਿਵੇਂ ਬਣਾਈਏ, ਹੈਨਾ। ਜਦੋਂ ਆਲ ਦੀ ਗੱਲ ਆ ਗਈ ਉਦੋਂ ਆਪਾਂ ਛੋਟਾ ਸਰਕਲ ਬਣਾ ਕੇ ਉਹਦੇ ਜਿਹੜਾ ਹੁਣ ਉਸ ਤੋਂ ਬਾਅਦ ਆ ਕਿ ਆਰ ਪੇਪਰਸ ਮਤਲਬ ਕਿ ਹੁਣ ਜਿਹੜਾ ਹੈਗਾ ਪੇਪਰ ਦਾ ਸਰਕਲ ਬਣ ਗਿਆ। ਠੀਕ ਹੈ ਜੀ। ਵੀ ਹੁਣ ਉਹਨਾਂ ਨੇ ਕਿਹਾ ਸਾਰੀਆਂ ਬੁੱਕਾਂ ਉਹ ਪੇਪਰਸ ਨੇ,
ਸਾਰੀਆਂ ਬੁੱਕਾਂ ਆ ਹੋ ਗਈਆਂ, ਆ ਪੇਪਰਸ ਹੋ ਗਈਆਂ, ਠੀਕ ਹੈ। ਹੁਣ ਜੇ ਆਪਾਂ ਇਹਦੀ ਰਿਵਰਸਿਬਿਲਟੀ ਲਾਈਏ, ਰਿਵਰਸਿਬਿਲਟੀ ਮਤਲਬ ਹੁੰਦਾ ਜੇ ਆਪਾਂ ਮੰਨੀਏ ਆਲ ਪੇਪਰਸ ਆਰ ਬੁੱਕਸ, ਹੁਣ ਸਾਰੇ ਪੇਪਰ ਆਰ ਬੁੱਕਸ ਹੈ, ਨਹੀਂ ਨਾ, ਕਿਉਂਕਿ ਆ ਕੁਝ ਕੁ ਪਾਰਟ ਹੀ ਹੈ ਬੁੱਕਸ, ਠੀਕ ਹੈ, ਸਾਰੇ ਤਾਂ ਨਹੀਂ ਗਏ, ਆ ਸਾਰਾ ਪਾਰਟ ਹੋ ਗਿਆ, ਠੀਕ ਹੈ ਜੀ। ਸਾਰੇ ਪਾਰਟ ਦੇ ਵਿੱਚ ਕੁਝ ਕੁ ਬੁੱਕਸ ਹੀ ਜਿਹੜੀਆਂ ਹੈਗੀਆਂ ਪੇਪਰ ਹੈ। ਜੇ ਆਪਾਂ ਲਿਖੀਏ ਆਲ ਪੇਪਰਸ ਆਰ ਬੁੱਕਸ, ਇਹਦੇ ਅਕੋਰਡਿੰਗ ਇਹ ਸਟੇਟਮੈਂਟ ਵਾਲਾ ਸਰਕਲ ਗਲਤ ਹੈ। ਫਿਰ ਕੀ ਬਣੂਗਾ, ਫਿਰ ਬਣੂਗਾ ਆਲ ਪੇਪਰਸ, ਪੇਪਰ ਦੀ ਆ ਗਈ, ਠੀਕ ਹੈ, ਫਿਰ ਆ ਗਿਆ ਬੁੱਕਸ, ਠੀਕ ਹੈ ਜੀ। ਇਹ ਬਣ ਗਿਆ ਇਹਦੇ ਅਕੋਰਡਿੰਗ, ਠੀਕ ਹੈ ਜੀ, ਤੇ ਇਹਦੇ ਅਕੋਰਡਿੰਗ ਆ ਬਣ ਗਿਆ। ਆਲ ਦੀ ਚੀਜ਼ ਹਮੇਸ਼ਾ ਇੱਕ ਆਲ ਹੋ ਗਈ, ਤੇ ਠੀਕ ਹੈ, ਆਰ ਪੇਪਰਸ ਤੇ ਉਹ ਪੇਪਰ ਬਣਾਤਾ, ਠੀਕ ਹੈ ਜੀ। ਹੁਣ ਇਸ ਦੇ ਅਕੋਰਡਿੰਗ ਸਾਰੀਆਂ ਟਾਈਪਸ ਬਹੁਤ ਤੁਹਾਨੂੰ ਕਲੀਅਰ ਹੋਣਗੀਆਂ, ਫਿਰ ਜਾ ਕੇ ਤੁਹਾਨੂੰ ਕਲੈਰੀਫਿਕੇਸ਼ਨ ਹੋਵੇਗੀ ਸਟੇਟਮੈਂਟ ਐਂਡ ਕਨਕਲੂਜਨ ਦੇ ਵਿੱਚ ਕਿੱਦਾਂ ਆਪਾਂ ਸਰਕਲ ਬਣਾਉਣੇ ਆ। ਕਈ ਮੇਰੇ ਵੀਰ ਇਦਾਂ ਹੀ ਸਰਕਲ ਬਣਾਉਂਦੇ ਰਹਿੰਦੇ ਆ ਪੇਪਰ ਦੇ ਵਿੱਚ ਇੱਕ ਦੂਜੇ ਵੱਲ ਵੇਖ ਕੇ, ਪਰ ਉਹਨਾਂ ਨੂੰ ਬਾਅਦ ਚ ਪਤਾ ਚੱਲਦਾ ਵੀ ਉਸ ਨੂੰ ਤਾਂ ਨੌਲੇਜ ਸੀ, ਮੈਂ ਤਾਂ ਉਂਝ ਹੀ ਸਰਕਲ ਬਣਾਈ ਗਿਆ, ਹੈ ਨਾ ਜੀ। ਹੁਣ ਤੁਹਾਨੂੰ ਪਹਿਲੀ ਕੇਸ ਪਤਾ ਲੱਗ ਗਿਆ। ਹੁਣ ਦੂਜਾ ਕੇਸ, ਦੂਜੇ ਕੇਸ ਵਿੱਚ ਕੀ ਹੁੰਦਾ ਹੈ, ਸਮ ਬੁੱਕਸ ਆਰ ਪੇਪਰਸ, ਕਹਿੰਦੇ ਕੁਝ ਕੁ ਬੁੱਕਸ ਪੇਪਰ ਨੇ। ਇੱਕ ਆਪਾਂ ਬਣਾਉਣਾ ਬੁੱਕਸ ਦਾ ਸਰਕਲ, ਠੀਕ ਹੈ ਜੀ, ਤੇ ਇਹ ਬੁੱਕਸ ਬਣ ਗਿਆ, ਮਤਲਬ ਕਿ ਇਹ ਬੁੱਕਸ, ਇਹ ਸਾਰੀਆਂ ਬੁੱਕਸ ਆ ਗਈਆਂ, ਠੀਕ ਹੈ ਜੀ। ਹੁਣ ਕੁਝ ਕੁ ਬਣਾਉਣ ਲਈ ਹੁਣ ਕਹਿੰਦੇ ਸਮ ਬੁੱਕਸ ਪੇਪਰਸ, ਪੇਪਰ ਦਾ ਸਰਕਲ ਥੋੜਾ ਜਿਹਾ ਅੰਦਰ ਨੂੰ ਲੈ ਕੇ ਜਾਣਾ, ਠੀਕ ਹੈ ਜੀ। ਆਹ ਪੇਪਰ ਦਾ ਸਰਕਲ। ਹੁਣ ਤੁਸੀਂ ਕਹੋਗੇ ਵੀ ਸਰ ਸਮ ਵਾਲਾ ਕਿਹੜਾ ਏਰੀਆ, ਆਹ ਸਮ ਬੁੱਕਸ ਹੈ, ਠੀਕ ਹੈ, ਆਹ ਸਮ ਬੁੱਕਸ ਆ ਜਿਹੜੀਆਂ ਪੇਪਰ ਨੇ, ਆਹ ਪੇਪਰ ਨੇ। ਹੁਣ ਇਹਦੇ ਤੇ ਰਿਵਰਸੀਬਿਲਟੀ ਲਾ ਕੇ ਵੇਖੋ, ਰਿਵਰਸੀਬਿਲਟੀ ਕਿਵੇਂ, ਸਮ ਪੇਪਰਸ ਆਰ ਬੁੱਕਸ, ਇਹ ਸਹੀ ਹੋ ਜਾਂਦਾ। ਕਿਵੇਂ ਸਹੀ ਹੋ ਜਾਂਦਾ, ਆ ਕਹਿੰਦੇ ਸਮ ਪੇਪਰਸ, ਆ ਪੇਪਰ ਸਾਰੇ ਹੋ ਗਏ, ਉਹਨਾਂ ਦੇ ਵਿੱਚ ਕੁਝ ਕੁ ਬੁੱਕਸ ਨੇ, ਆ ਹੈਗੀ ਹੈ ਨਾ ਜੀ, ਆ ਚੀਜ਼ ਬੁੱਕਸ ਹੋ ਗਈਆਂ। ਇਹ ਦੋਵੇਂ ਚੀਜ਼ਾਂ ਮਤਲਬ ਟਰੂ ਹੁੰਦੀਆਂ, ਮਤਲਬ ਕਹਿਣ ਦਾ ਭਾਵ ਵੀ ਇਹ ਚੀਜ਼ ਹੈਗੀ ਆ ਤੁਹਾਡੇ ਕੋਲ। ਜੇ ਅਗਰ ਸਮ ਵਾਲੀ ਚੀਜ਼ ਆ ਜਾਏ ਤਾਂ ਤੁਸੀਂ ਇਦਾਂ ਬਣਾਉਣੇ ਆ ਸਰਕਲ, ਸਮ ਬੁੱਕਸ ਦਾ ਇੱਕ ਵੱਡੀ, ਇੱਕ ਸਾਰੀ ਬੁੱਕਸ ਦਾ ਆਲ ਬੁੱਕਸ, ਤੇ ਆਲ ਪੇਪਰ ਨੂੰ ਆਪਾਂ ਵਿੱਚ ਇਨਕਲੂਡ ਕਰ ਲੈਣਾ। ਹੁਣ ਆਊਗਾ ਨੋ ਬੁੱਕ ਇਜ਼ ਪੇਪਰ, ਨੋ ਬੁੱਕ ਦੇ ਵਿੱਚ ਨਾ ਹੀ ਬੁੱਕ ਹੈ ਤੇ ਨਾ ਹੀ ਪੇਪਰ ਹੈ, ਇਹਨਾਂ ਦੇ ਅਲੱਗ-ਅਲੱਗ ਬਣ ਜਾਣੀ ਹੈ। ਆ ਬੁੱਕਸ ਦਾ ਬਣ ਗਿਆ, ਆ ਕੀ ਬਣ ਗਿਆ, ਪੇਪਰ ਦਾ ਬਣ ਗਿਆ। ਹੁਣ ਜੇ ਇਹਨੂੰ ਰਿਵਰਸੀਬਿਲਟੀ ਕਰੀਏ, ਇਹਦਾ ਵੀ ਸੇਮ ਟੂ ਸੇਮ ਆਨਸਰ ਦੋਵੇਂ ਸਹੀ ਹੋਣਗੇ। ਇਹ ਕੇਸਿਸ ਨੇ, ਇਹਦੇ ਅਕੋਰਡਿੰਗ ਤੁਹਾਨੂੰ ਪੇਪਰ ਆਊਗਾ, ਠੀਕ ਹੈ। ਪੇਪਰ ਦੇ ਵਿੱਚ ਕੁਐਸਚਨ ਆਣਗੇ, ਤੁਹਾਨੂੰ ਕੁਐਸਚਨ ਸਿਖਾਊਂਗਾ, ਤੁਹਾਨੂੰ ਜ਼ਿਆਦਾ ਕਲੈਰਿਟੀ ਹੋਊਗੀ। ਹੁਣ ਸਮ ਬੁੱਕਸ ਆਰ ਨੋਟ ਪੇਪਰ, ਆ ਦੇਖੋ ਸਮ ਬੁੱਕਸ ਕਹਿੰਦੇ ਨੋਟ ਪੇਪਰ ਹੈ, ਠੀਕ ਹੈ। ਇਹ ਵੀ ਕੇਸ ਆਪਣੇ ਥਰਡ ਅੰਕ ਹੋਊਗਾ। ਆ ਬੁੱਕਸ ਸਾਰੀਆਂ ਆ ਗਈਆਂ, ਠੀਕ ਹੈ, ਤੇ ਆ ਗਏ ਪੇਪਰ ਆਲਾ। ਹੁਣ ਉਹਨਾਂ ਨੇ ਕਿਹਾ ਨੋਟ ਪੇਪਰ, ਸਮ ਬੁੱਕਸ, ਕੁਝ ਕੁ ਬੁੱਕ, ਆ ਕੁਝ ਕੁ ਹਿੱਸਾ ਆ ਗਿਆ, ਆ ਗਿਆ ਪੇਪਰ, ਆ ਗਿਆ ਬੁੱਕਸ, ਠੀਕ ਹੈ। ਆ ਸਾਰੀਆਂ ਕਿਤਾਬਾਂ ਦੇ ਵਿੱਚੋਂ ਕੁਝ ਕੁ ਬੁੱਕਾਂ ਹੈਗੀਆਂ ਜਿਹੜੀਆਂ ਪੇਪਰ ਨੇ, ਆ ਸਾਰੀਆਂ ਪੇਪਰ ਦੇ ਵਿੱਚੋਂ ਕੁਝ ਕੁ ਬੁੱਕਾਂ ਜਿਹੜੀਆਂ ਪੇਪਰ ਹੈਗੇ ਆ ਉਹ ਨੋਟ ਪੇਪਰ ਨੇ, ਠੀਕ ਹੈ ਜੀ। ਇਹ ਸਾਰਾ ਚੀਜ਼ ਮਤਲਬ ਕਿ ਸਟੇਟਮੈਂਟ ਦੇ ਅਕੋਰਡਿੰਗ ਤੁਸੀਂ ਕੁਝ ਦੇਖ ਲਓ, ਆ ਸਾਰੀਆਂ ਬੁੱਕਸ ਹੋ ਗਈਆਂ, ਸਾਰੇ ਪੇਪਰ ਹੋ ਗਏ। ਉਹਨਾਂ ਨੇ ਕਿਹਾ ਸਮ ਬੁੱਕਸ ਆਰ ਨੋਟ ਪੇਪਰ, ਆ ਬੁੱਕਾਂ ਜਿਹੜੀਆਂ ਹੈਗੀਆਂ ਇੰਨੀਆਂ ਜਿਹੜੀਆਂ ਇਹਦੇ ਵਿੱਚ ਹੈ ਉਹ ਪੇਪਰ ਨਹੀਂ ਗੇ। ਇਹ ਫੋਰਥ ਹੋ ਗਿਆ। ਫਿਫਥ ਹੋ ਗਿਆ ਸਮ ਬੁੱਕਸ ਆਰ ਪੇਪਰ ਬਟ ਨੋਟ ਪੈਨਸਿਲਸ। ਹੁਣ ਬੇਟਾ ਇਹਦੇ ਨਾ ਆਪਣੇ ਜਿਹੜੇ ਹੈਗੇ ਆ ਇਹ ਬਹੁਤ ਇੰਪੋਰਟੈਂਟ ਹੈ, ਇਹ ਐਡਵਾਂਸ ਲੈਵਲ ਦੇ ਵਿੱਚ ਆ ਜਾਂਦਾ, ਠੀਕ ਹੈ, ਧਿਆਨ ਨਾਲ ਸਮਝਣਾ, ਠੀਕ ਹੈ। ਇਸ ਦੇ ਵਿੱਚ ਕੀ ਆਪਣੇ ਦੋ ਕੇਸਿਸ ਬਣ ਸਕਦੇ ਨੇ ਇਸ ਦੇ ਰਿਲੇਟਡ। ਪਹਿਲਾਂ ਤਾਂ ਕੀ ਬਣ ਸਕਦਾ, ਉਹਨਾਂ ਨੇ ਕਿਹਾ ਸਮ ਬੁੱਕਸ, ਸਮ ਬੁੱਕਸ ਲਈ ਕੀ ਕਰਨਾ, ਪਹਿਲਾਂ ਤਾਂ ਸਰਕਲ ਬੁੱਕਸ ਦਾ ਬਣਾਉਣਾ, ਠੀਕ ਹੈ ਜੀ। ਬੁੱਕਸ ਦਾ ਸਰਕਲ ਬਣਾਇਆ, ਫਿਰ ਉਹਨਾਂ ਨੇ ਕਿਹਾ ਸਮ ਬੁੱਕਸ ਆਰ ਪੇਪਰਸ, ਠੀਕ ਹੈ। ਆ ਤੁਸੀਂ ਜਿਹੜਾ ਕੇਸ ਵਰਤਿਆ ਸੀ ਦੂਜੇ ਵਾਲਾ, ਇੱਥੇ ਆ ਗਿਆ, ਆ ਸਮ ਬੁੱਕਸ ਆ ਗਿਆ, ਆ ਪੇਪਰਸ ਆ ਗਿਆ, ਕੀ ਹੈ, ਬਟ ਨੋਟ ਪੈਨਸਿਲਸ, ਪੈਨਸਿਲ ਦਾ ਬਕਸਾ ਆਪਾਂ ਅਲੱਗ ਬਣਾਉਣਾ, ਠੀਕ ਹੈ ਜੀ, ਪੈਨਸਿਲਸ। ਇਹ ਆ ਗਿਆ ਪਹਿਲਾ ਕੇਸ, ਇਦਾਂ ਵੀ ਕੇਸ ਬਣ ਗਿਆ, ਠੀਕ ਹੈ ਜੀ। ਹੁਣ ਦੂਸਰਾ ਕੇਸ ਇਦਾਂ ਬਣ ਸਕਦਾ ਵੀ ਜਿਹੜੀਆਂ ਹੈਗੀਆਂ ਸਮ ਬੁੱਕਸ ਆਰ ਪੇਪਰਸ ਬਟ ਨੋਟ ਪੈਨਸਿਲਸ, ਬਟ ਪੇਪਰ ਤਾਂ ਪੈਨਸਿਲਸ ਹੋ ਸਕਦੇ ਆ ਨਾ, ਉਹਨਾਂ ਨੇ ਭਾਵੇਂ ਆਪਦੇ ਵੱਲ ਐਕਸੈਪਸ਼ਨ ਲੈ ਲੈਣੀ ਹੈ, ਪੇਪਰ ਵੀ ਪੈਨਸਿਲ ਹੋ ਸਕਦੇ ਆ, ਠੀਕ ਹੈ ਜੀ। ਸੋ ਉਸ ਲਈ ਆਪਾਂ ਇਹ ਚੀਜ਼ ਤਾਂ ਇਦਾਂ ਹੀ ਰਹੂਗੀ, ਠੀਕ ਹੈ। ਬੁੱਕਸ ਨਹੀਂ ਗੀਆਂ ਮਤਲਬ ਪੈਨਸਿਲਸ, ਪਰ ਪੇਪਰ ਤਾਂ ਪੈਨਸਿਲ ਹੋ ਸਕਦੇ ਆ। ਪੇਪਰ ਦੇ ਵਿੱਚ ਆਪਾਂ ਕੀ ਕਰਨਾ ਹੈ, ਇੱਥੋਂ ਲਾ ਲੈਣਾ, ਆ ਬੁੱਕਸ ਦਾ ਹੋ ਗਿਆ, ਆ ਪੇਪਰ ਦਾ ਹੋ ਗਿਆ, ਠੀਕ ਹੈ, ਤੇ ਆ ਹੋ ਗਿਆ ਪੈਨਸਿਲ ਦਾ। ਥੋੜਾ ਜਿਹਾ ਗੋਲਾ ਆਪਾਂ ਨਾਲ ਇਹਦੇ ਲੈਣਾ, ਠੀਕ ਹੈ ਜੀ। ਸੋ ਇਹ ਕੇਸਿਸ ਨੇ ਜਿਹੜੇ ਕਿ ਤੁਹਾਨੂੰ ਹੁਣ ਤੁਹਾਨੂੰ ਲੱਗੂਗਾ ਵੀ ਸਾਨੂੰ ਸਮਝ ਨਹੀਂ, ਇੱਕ ਵਾਰ ਤੁਸੀਂ ਫਿਰ ਤੋਂ ਵੀਡੀਓ ਵੇਖੋਗੇ ਤੁਹਾਨੂੰ ਸਮਝ ਆ ਜੂਗੀ।
पर तुहानूं हुण जदों पेपर कराऊंगा मतलब कि क्वेश्चनस कराऊंगा मैं फिर तुहानूं ज़्यादा क्लैरीफाई होगा भी सर ने ਇਹ ਸਮਝਾਇਆ ਸੀ ਤੇ ਆਏ ਆਨਸਰ ਨਿਕਲਦੇ ਆ। ਤੁਸੀਂ ਆ 5 ਕੇਸਿਸ ਜਿਹੜੇ ਹੈਗੇ ਮੈਂ ਨੋਟ ਡਾਊਨ ਕੀਤੇ ਆ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ। ਠੀਕ ਹੈ ਜੀ, ਹੁਣ ਮੈਂ ਤੁਹਾਨੂੰ ਉੱਥੇ ਸਮਝਾ ਦਿੱਤੇ ਆ ਤੇ ਹੁਣ ਆਪਾਂ ਹੱਲ ਕਰਦੇ ਆ ਕੁਐਸਚਨ। ਠੀਕ ਹੈ, ਅਗਲਾ। ਹਾਂਜੀ, ਹੁਣ ਆਪਣੇ ਕੋਲ ਕੁਐਸਚਨ ਆ ਗਿਆ। ਸਟੇਟਮੈਂਟ ਕੀ ਦਿੱਤੀ ਹੋਈ ਆ, ਕਹਿੰਦੇ ਆਲ ਕਾਰਸ ਰਨ। ਠੀਕ ਹੈ, ਹੁਣ ਉਹਨਾਂ ਨੇ ਕਿਹਾ ਆਲ ਕਾਰਸ ਰਨ ਕਿਹਾ। ਸੋ ਪਹਿਲਾਂ ਆਪਾਂ ਕੀ ਕਰਨਾ, ਆਲ ਕਾਰ ਦਾ ਇੱਕ ਗੋਲਾ ਬਣਾ ਲੈਣਾ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਛੋਟਾ ਗੋਲਾ, ਇਹਦੇ ਵਿੱਚ ਲਿਖ ਦੇਣਾ ਕਾਰ, ਕੱਲੀ ਕਾਰ ਲਿਖ ਦੇਣਾ। ਉਹਨਾਂ ਨੇ ਕਿਹਾ ਰਨ ਕਰਦੀਆਂ, ਰਨ ਮਤਲਬ ਆਹ ਦੇਖੋ, ਮਤਲਬ ਸਾਰੀਆਂ ਕਾਰਾਂ ਰਨ ਦਾ ਗੋਲਾ ਬਣਾਤਾ। ਠੀਕ ਹੈ, ਸਾਰੀਆਂ ਕਾਰਾਂ ਭੱਜਦੀਆਂ ਨੇ। ਠੀਕ ਹੈ ਜੀ, ਹੁਣ ਉਹਨਾਂ ਨੇ ਕਿਹਾ ਸਮ ਸਕੂਟਰਸ ਰਨ। ਹੁਣ ਰਨ ਦਾ ਗੋਲੇ ਦੇ ਨਾਲ ਆਪਾਂ ਸਮ ਸਕੂਟਰਸ ਹੈ, ਇਸ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਭਾਗ ਲੈ ਲੈਣਾ, ਜਿਹਦੇ ਵਿੱਚ ਲਿਖ ਦੇਣਾ ਸਕੂਟਰਸ। ਠੀਕ ਹੈ, ਆਹ ਸਾਰੇ ਸਕੂਟਰਸ ਹੈ, ਇਹ ਸਾਰਿਆਂ ਵਿੱਚੋਂ ਥੋੜ੍ਹਾ ਜਿਹਾ ਪਾਰਟ ਜਿਹੜਾ ਹੈਗਾ ਰਨ ਕਰਦੇ ਆ, ਜਿਹਨੇ ਕੀ ਕਿਹਾ ਥੋੜ੍ਹੇ ਜਿਹੇ ਸਕੂਟਰ ਭੱਜਦੇ ਨੇ। ਸੋ ਆਪਾਂ ਨੂੰ ਇੱਕ ਆਪਸ਼ਨਸ ਦਿੱਤੀਆਂ ਹੋਣਗੀਆਂ ਵੀ ਆਨਸਰ ਇਹਨਾਂ ਵਿੱਚੋਂ ਆਪਾਂ ਦੱਸਣਾ ਪਹਿਲਾ ਹੈ, ਦੂਜਾ ਹੈ, ਤੀਜਾ ਹੈ ਕਿ ਚੌਥਾ ਹੈ। ਜਾਂ ਤਾਂ ਆਪਣੀ ਆਹ ਸਟੇਟਮੈਂਟ ਫੋਲੋ ਕਰੂਗੀ ਤਾਂ 1 ਆ ਜਾਊਗਾ, ਆਹ ਸਟੇਟਮੈਂਟ ਇਸ ਚੀਜ਼ ਨੂੰ ਫੋਲੋ ਕਰੂਗੀ ਤਾਂ 2 ਆ ਜੂ। ਜੇ ਦੋਵੇਂ ਸਹੀ ਨਿਕਲੀਆਂ ਫਿਰ ਆ ਜਾਊਗਾ, ਜੇ ਤਿੰਨ ਕੋਈ ਵੀ ਨਹੀਂ ਸਹੀ ਨਿਕਲੀ ਮਤਲਬ ਦੋਵੇਂ ਨਹੀਂ ਸਹੀ ਨਿਕਲੀਆਂ ਫਿਰ ਨਨ ਆਫ ਥੀਸ। ਠੀਕ ਹੈ, ਇਹ ਆ ਜਾਊਗਾ। ਸੋ ਆਪਾਂ ਪਹਿਲੀ ਸਟੇਟਮੈਂਟ ਦੇ ਅਕੋਰਡਿੰਗ ਜਾਂਦੇ ਹਾਂ, ਆਲ ਕਾਰਸ ਆਰ ਸਕੂਟਰਸ। ਠੀਕ ਹੈ, ਸਾਰੀਆਂ ਕਾਰ ਸਕੂਟਰ ਨੇ ਨਾ ਜੀ, ਇਹ ਤਾਂ ਹੈ ਹੀ ਨਹੀਂ ਆ। ਕਾਰ ਤਾਂ ਅਲੱਗ ਬਣਿਆ ਆ ਤੇ ਸਕੂਟਰ ਦਾ ਤਾਂ ਕੋਈ ਹੈ ਹੀ ਨਹੀਂ ਵਿੱਚ, ਇਹਦੇ ਭਾਗ ਗਿਆ ਹੀ ਨਹੀਂ ਕੋਈ ਐਂ ਕਰਕੇ, ਜਾਂ ਫਿਰ ਇਹਦੇ ਉੱਪਰ ਐਂ ਗਿਆ ਹੋਵੇ। ਠੀਕ ਹੈ ਜੀ, ਸੋ ਇਸ ਕਰਕੇ ਪਹਿਲੀ ਸਟੇਟਮੈਂਟ ਤਾਂ ਗਈ ਰੋਂਗ, ਮਤਲਬ ਇਹਦਾ ਸਾਹਮਣਾ ਪਹਿਲਾ ਫੋਲੋ ਨਹੀਂ ਕਰ ਰਿਹਾ। ਹੁਣ ਉਹਨਾਂ ਨੇ ਕਿਹਾ ਸਮ ਸਕੂਟਰਸ ਡੂ ਨਾਟ ਰਨ, ਕਹਿੰਦੇ ਕੁਝ ਕੁ ਸਕੂਟਰ ਜਿਹੜੇ ਉਹ ਭੱਜਦੇ ਨਹੀਂ। ਹੁਣ ਉਹ ਵੀ ਗੱਲ ਸਹੀ ਹੈ, ਇਹਦਾ ਮਤਲਬ ਆਪਣਾ ਕਹਿੰਦੇ ਦੂਜਾ ਕੇਸ ਜਿੱਤ ਗਿਆ। ਕਿਉਂ ਜਿੱਤ ਗਿਆ, ਆਹ ਜਿਹੜੇ ਸਕੂਟਰ ਹੈ ਇਹ ਭਾਗ ਜਿਹੜੇ ਹੈਗੇ ਅੱਧਾ ਭੱਜਦੇ ਆ ਤੇ ਅੱਧੇ ਨਹੀਂ ਭੱਜਦੇ। ਠੀਕ ਹੈ ਜੀ, ਆਹ ਚੀਜ਼ ਜਿਹੜੀ ਨਹੀਂ ਭੱਜਦੀ ਆਹ ਵਾਲੇ ਤਾਂ ਰਨ ਕਰਦੇ ਆ। ਸੋ ਇਹਦਾ ਮਤਲਬ ਦੂਸਰਾ ਕੇਸ ਆਨਸਰ ਹੈ। ਸੋ ਦੂਸਰਾ ਕੇਸ ਨੂੰ ਆਪਾਂ ਆਨਸਰ ਮੰਨਦੇ ਆ। ਲੱਗੀ ਸਮਝ ਜੀ। ਇਹ ਪਹਿਲਾ ਸਵਾਲ ਜਿਹੜਾ, ਇਹ ਕੁਐਸਚਨ ਤੁਹਾਨੂੰ ਬਹੁਤ ਮਿਲਣਗੇ ਜਦੋਂ ਕਨਸਟੇਬਲ ਦਾ ਪੇਪਰ ਕਰੋਗੇ। ਬਸ ਇਦਾਂ ਹੋਵੇਗਾ, ਉਹਦੇ ਵਿੱਚ ਸਟੇਟਮੈਂਟਾਂ ਕਈ ਵਾਰ 1 2 3 ਦਿੱਤੀਆਂ ਹੋਣਗੀਆਂ, ਜਾਂ ਫਿਰ ਆਨਸਰ ਸਟੇਟਮੈਂਟਾਂ 4, ਮਤਲਬ ਕਿ ਜਿੰਨੀਆਂ ਸਟੇਟਮੈਂਟਾਂ ਉਨੇ ਕਨਕਲੂਜਨ, ਤੇ ਉਸ ਹਿਸਾਬ ਨਾਲ ਤੁਹਾਨੂੰ ਜਿਹੜੇ ਆਨਸਰ ਇਹਨਾਂ 'ਚੋਂ ਫੋਲੋ ਕਰਨੇ। ਹੁਣ ਆਪਾਂ ਅਗਲਾ ਸਵਾਲ ਕਰਦੇ ਹਾਂ, ਕੁਐਸਚਨ ਨੰਬਰ 2। ਠੀਕ ਹੈ ਜੀ, ਹੁਣ ਅਗਲਾ ਕੁਐਸਚਨ ਕੀ ਹੈ ਜੀ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਆਲ ਟੀਚਰਸ ਆਰ ਗੁੱਡ ਵਰਕਰਸ। ਠੀਕ ਹੈ, ਹੁਣ ਆਪਾਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਆਲ ਦਾ ਸਰਕਲ ਹਮੇਸ਼ਾ ਛੋਟਾ ਬਣਦਾ, ਤੇ ਤੁਸੀਂ ਸਰਕਲ ਬਣਾ ਕੇ ਲਿਖਤਾ ਟੀਚਰ। ਠੀਕ ਹੈ, ਤੇ ਉਹਨਾਂ ਨੇ ਕੀ ਕਿਹਾ ਵਰਕਰਸ, ਵਰਕਰ ਦਾ ਸਰਕਲ ਇੱਕ ਬਣਾਤਾ ਟੀਚਰ ਦੇ ਉੱਤੇ। ਇਹਨਾਂ ਨੇ ਕਿਹਾ ਆਲ ਟੀਚਰਸ ਆਰ ਗੁੱਡ ਵਰਕਰ, ਜਿਹੜੇ ਵਰਕਰ ਹੈਗੇ ਆ। ਠੀਕ ਹੈ ਜੀ, ਇਹਨੂੰ ਵਰਕਰ ਦਾ ਸਰਕਲ ਬਣਾਤਾ ਵਰਕਰਸ। ਠੀਕ ਹੈ, ਹੁਣ ਉਹਨਾਂ ਨੇ ਕੀ ਲਿਖਤਾ ਆਲ ਗੁੱਡ ਵਰਕਰਸ, ਮਤਲਬ ਸਾਰੇ ਗੁੱਡ ਵਰਕਰਸ ਉਹ ਕੀ ਆ ਓਰੇਟਰਸ ਨੇ। ਓਰੇਟਰ ਦਾ ਸਰਕਲ ਬਣਾ ਦੇਣਾ ਉਹਦੇ ਉੱਤੇ। ਠੀਕ ਹੈ, ਓਰੇਟਰਸ। ਟੀਚਰ ਦਾ ਸਰਕਲ ਪੂਰਾ ਹੋ ਗਿਆ ਜੀ। ਵਰਕਰ ਦਾ ਸਰਕਲ ਜਿਹਦੇ ਵਿੱਚ ਸਾਰੇ ਵਰਕਰ ਆ ਗਏ, ਸਾਰੇ ਟੀਚਰ ਆ ਗਏ, ਸਾਰੇ ਓਰੇਟਰ ਆ ਗਏ। ਠੀਕ ਹੈ ਜੀ, ਹੁਣ ਸਟੇਟਮੈਂਟ ਦੇ ਨਾਲ ਆਪਾਂ ਕਨਕਲੂਜਨ ਦੇਖਣਾ। ਠੀਕ ਹੈ ਜੀ, ਸਟੇਟਮੈਂਟ ਤੁਸੀਂ ਦੇਖ ਲਓ ਤੁਹਾਡੀ ਸਹੀ ਜਾ ਰਹੀ ਹੈ, ਆਹ ਸਹੀ ਹੋ ਗਈ ਤੁਹਾਡੀ ਸਟੇਟਮੈਂਟ। ਠੀਕ ਹੈ, ਜਿਹੜੀ ਤੁਸੀਂ ਇੱਥੋਂ ਪੜ੍ਹ ਕੇ ਇਹਦੇ ਸਰਕਲ ਬਣਾਈ ਹੈ। ਜਦੋਂ ਤੁਹਾਡੀ ਆਹ ਚੀਜ਼ ਸਹੀ ਬਣ ਗਈ ਫਿਰ ਤੁਹਾਡੇ ਕਨਕਲੂਜਨ ਕੱਢਣ 'ਚ ਬਹੁਤ ਹੀ ਘੱਟ ਸਮੇਂ ਰਹਿ ਜਾਂਦਾ, ਕੁਛ ਨਹੀਂ ਕਰਨਾ ਹੁੰਦਾ। ਉਹ ਕਹਿੰਦੇ ਸਮ ਗੁੱਡ ਵਰਕਰਸ ਆਰ ਟੀਚਰਸ, ਕਹਿੰਦੇ ਜਿਹੜੇ ਸਮ ਗੁੱਡ ਵਰਕਰਸ ਹੈ ਉਹ ਟੀਚਰਸ ਨੇ। ਆਹ ਦੇਖੋ ਜੀ, ਆਹ ਵਰਕਰ ਸਾਰੇ ਨੇ, ਇਹਦੇ ਵਿੱਚੋਂ ਕੁਝ ਕੁ ਜਿਹੜਾ ਭਾਗ ਹੈਗਾ ਵਰਕਰਾਂ ਦਾ ਉਹ ਟੀਚਰ ਨੇ। ਆਹੋ ਗੱਲ ਸਹੀ ਹੈ, ਬਿਲਕੁਲ ਸਹੀ ਕਿਹਾ ਜੀ। ਆਹ ਪਹਿਲਾਂ ਤਾਂ ਚਲੋ ਫਸਟ ਸਟੇਟਮੈਂਟ ਹੈਗੀ ਹੈ ਟਰੂ। ਠੀਕ ਹੈ ਜੀ, ਹੁਣ ਦੂਜੀ ਸਟੇਟਮੈਂਟ 'ਚ ਕੀ ਹੈ, ਸਾਰੇ ਗੁੱਡ ਓਰੇਟਰਸ, ਜਿਹੜੇ ਸਾਰੇ ਗੁੱਡ ਓਰੇਟਰਸ ਦਾ ਸਰਕਲ ਹੈ। ਠੀਕ ਹੈ, ਆਰ ਟੀਚਰ, ਸਾਰੇ ਤਾਂ ਨਹੀਂ ਟੀਚਰ। ਠੀਕ ਹੈ ਜੀ, ਹੁਣ ਤੁਸੀਂ ਆ ਵਰਕਰ ਵਾਲਾ ਸਰਕਲ ਨੂੰ ਥੋੜ੍ਹਾ ਹਾਈਡ ਕਰ ਦਿਓ ਤੇ ਓਰੇਟਰ ਦਾ ਇਕੱਲਾ ਸਰਕਲ ਸਮਝੋ ਤੇ ਵਿੱਚ ਟੀਚਰ ਦਾ। ਸਮ ਟੀਚਰ ਆ ਗਏ ਨਾ, ਜੇ ਸਾਰੇ ਟੀਚਰ ਕਿਆ ਹੁੰਦਾ ਤਾਂ ਸਾਰੇ ਟੀਚਰ ਮਤਲਬ ਕਿ ਸਾਰੇ ਵਰਕਰ ਗੁੱਡ ਵਰਕਰ ਕਹਿੰਦਾ ਟੀਚਰ ਦਾ ਸਰਕਲ ਐਂ ਹੋਣਾ ਸੀ ਇਹਦੇ ਉੱਪਰ ਓਰੇਟਰ ਦੇ, ਤੇ ਵਰਕਰ ਜਿਹੜੇ ਓਰੇਟਰ ਹੋਣਾ ਸੀ ਅੰਦਰ। ਠੀਕ ਹੈ ਜੀ, ਹੁਣ ਉਹਨੇ ਕਿਹਾ ਆਲ ਗੁੱਡ ਓਰੇਟਰਸ, ਸਾਰੇ ਗੁੱਡ ਓਰੇਟਰ ਦੇ ਵਿੱਚੋਂ ਸਿਰਫ ਛੋਟਾ ਜਿਹਾ ਭਾਗ ਹੀ ਟੀਚਰ ਨੇ। ਸੋ ਇਹਦਾ ਮਤਲਬ ਜਿਹੜਾ ਦੂਸਰੀ ਜਿਹੜੀ ਹੈਗੀ ਆਪਣੀ ਉਹ ਰੋਂਗ ਹੈ, ਦੂਸਰੀ ਸਟੇਟਮੈਂਟ।
ਤੁਹਾਨੂੰ ਸਮਝ ਲੱਗ ਗਈ। ਪਹਿਲੇ 'ਚ ਕਿਹਾ ਸੀ ਜਿਹੜੇ ਚੰਗੇ ਵਰਕਰ ਨੇ ਉਹ ਟੀਚਰ ਨੇ, ਠੀਕ ਹੈ। ਚੰਗੇ ਵਰਕਰ ਕਿਹੜੇ ਨੇ? ਉਹ ਟੀਚਰ ਨੇ, ਠੀਕ ਹੈ। ਕੁਝ ਕੁ ਜਿਹੜੇ ਕੁਝ ਕੁ ਦਾ ਭਾਗ ਮਤਲਬ ਸਾਰੇ ਵਰਕਰਾਂ ਦੇ ਵਿੱਚ ਕੁਝ ਦਾ ਭਾਗ ਟੀਚਰ ਦਾ ਇੰਨਾ ਹੋ ਗਿਆ, ਠੀਕ ਹੈ ਜੀ। ਉਵੇਂ ਹੀ ਉਹਨਾਂ ਨੇ ਕਿਹਾ ਸਾਰੇ ਓਰੇਟਰਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਕੁਝ ਕੁ ਜਿਹੜੇ ਸਾਰੇ ਹੀ ਵਰਕਰ ਹੈ ਜਿਹੜੇ ਉਹ ਟੀਚਰ ਨੇ। ਕੁਝ ਕੁ ਨਹੀਂ ਕਿਹਾ ਉਹਨਾਂ ਨੇ, ਸਿਰਫ ਇਕੱਲੇ ਟੀਚਰ ਕਿਹਾ। ਸੇ ਟੀਚਰ ਤਾਂ ਫਿਰ ਸਾਰੇ ਜੇ ਅਗਰ ਓਰੇਟਰ ਕਿਹਾ ਹੁੰਦਾ ਫਿਰ ਗੋਲਾ ਐਂ ਬਣਨਾ ਸੀ, ਆਹ ਓਰੇਟਰ ਦਾ ਗੋਲਾ ਤੇ ਆ ਉੱਤੇ ਆਏ ਨਾ ਟੀਚਰ। ਹੁਣ ਕਹਿ ਸਕਦੇ ਹੋ ਤੁਸੀਂ ਵੀ ਸਾਰੇ ਓਰੇਟਰ ਟੀਚਰ ਨੇ ਜੇ ਆਪਾਂ ਟੀਚਰ ਦਾ, ਪਰ ਆਹ ਜਿਹੜੀ ਸਟੇਟਮੈਂਟ ਦੇ ਅਕੋਰਡਿੰਗ ਆਪਾਂ ਨੂੰ ਦਿੱਤੀ ਸੀਗੀ ਉਸ ਦੇ ਅਕੋਰਡਿੰਗ ਇਹ ਸੈਕਿੰਡ ਸਟੇਟਮੈਂਟ ਰੋਂਗ ਹੈ। ਸੋ ਆਨਸਰ ਆਪਣਾ ਆ ਗਿਆ ਫਸਟ। ਸੋ ਆਪਾਂ ਇਹਦੇ ਅਕੋਰਡਿੰਗ ਲਾਵਾਂਗੇ ਓਨਲੀ ਫਸਟ ਫੋਲੋ, ਠੀਕ ਹੈ ਜੀ। ਆਪਾਂ ਇੱਥੇ ਲਾਣਾ ਹੋਊਗਾ, ਠੀਕ ਹੈ ਜੀ। ਇਹ ਤੁਹਾਨੂੰ ਸਟੇਟਮੈਂਟ ਉੱਪਰ ਦਿੱਤੀ ਹੋਵੇਗੀ ਹਮੇਸ਼ਾ ਤੇ ਤੁਹਾਨੂੰ ਥੱਲੇ ਕੁਐਸਚਨ ਪਾਏ ਹੋਣਗੇ ਜਦੋਂ ਤੁਸੀਂ ਪੇਪਰ ਅਸਲੀ ਕਰੋਗੇ ਤੇ ਉਸ ਦੇ ਅਕੋਰਡਿੰਗ ਤੁਸੀਂ ਉੱਪਰੋਂ ਪੜ੍ਹਨਾ ਵੀ ਫਸਟ ਵਾਲੇ 'ਚ ਕੀ ਲਿਖਿਆ, ਸੈਕਿੰਡ ਆਪਸ਼ਨ 'ਚ ਕੀ ਲਿਖਿਆ, ਥਰਡ 'ਚ ਕੀ ਲਿਖਿਆ, ਤਾਂ ਹੀ ਤੁਹਾਡਾ ਆਨਸਰ ਸਹੀ ਜਾਵੇਗਾ। ਜੇ ਅਗਰ ਤੁਸੀਂ ਦਿਮਾਗ ਦੇ ਵਿੱਚ ਬਿਠਾ ਲਓਗੇ ਤਾਂ ਤੁਹਾਡਾ ਗਲਤ ਵੀ ਜਾ ਸਕਦਾ, ਠੀਕ ਹੈ ਜੀ। ਸੋ ਇਹ ਦੋ ਕੁਐਸਚਨ ਤਾਂ ਜਿਹੜੇ ਆਉਂਦੇ ਹੀ ਆਉਂਦੇ, ਹੁਣ ਅਗਲੇ ਆਪਾਂ ਦੋ ਐਡਵਾਂਸ ਲੈਵਲ ਦੇ ਕਰਾਂਗੇ, ਫਿਰ ਤੁਹਾਡਾ ਮਤਲਬ ਕਿ ਇਹ ਚੈਪਟਰ ਕੰਪਲੀਟ। ਹਾਂਜੀ, ਹੁਣ ਐਡਵਾਂਸ ਲੈਵਲ ਦਾ ਕੁਐਸਚਨ ਇਹ ਆ ਗਿਆ। ਇਹ ਕੁਐਸਚਨ ਵੀ ਕਈ ਵਾਰ ਆ ਜਾਂਦਾ ਹੁੰਦਾ, ਬਟ ਕਨਸਟੇਬਲ ਦੇ ਪੇਪਰ ਦੇ ਵਿੱਚ ਐਕਸੈਪਸ਼ਨ ਹੈ, ਸ਼ਾਇਦ ਹੀ ਆਵੇ। ਹੁਣ ਤੁਹਾਨੂੰ ਦੱਸਦਾ ਇਹ ਆ ਸਕਦਾ, ਬਟ ਜੇ ਅਗਰ ਕੁਝ ਕਹਿ ਨਹੀਂ ਸਕਦੇ, ਜੇ ਲੈਵਲ ਐਡਵਾਂਸ ਹੋ ਗਿਆ ਤਾਂ ਤੁਹਾਨੂੰ ਥੋੜਾ ਜਿਹਾ ਔਖਾ ਕਰ ਸਕਦੇ ਹੋ। ਹੁਣ ਇਹਨਾਂ ਨੇ ਕੀ ਕਿਹਾ, ਸਮ ਪੇਪਰਸ ਆਰ ਪੈਨਸ। ਹੁਣ ਤੁਹਾਨੂੰ ਮੈਂ ਦੱਸਿਆ ਸੀ ਇੱਕ ਤਾਂ ਬਣਾ ਲੈਣਾ ਸਮ ਦੇ ਵਿੱਚ ਐਗਜ਼ਾਮ ਦਾ ਬਣਾਤਾ, ਠੀਕ ਹੈ, ਐਗਜ਼ਾਮ, ਤੇ ਦੂਸਰਾ ਹੈਗਾ ਪੈਨਸ ਵੀ ਸਮ ਕੁਝ ਕੁ ਜਿਹੜੇ ਪੇਪਰ ਹੈ ਉਹ ਪੈਨ ਨੇ, ਠੀਕ ਹੈ। ਕੁਝ ਕੁ ਪੇਪਰ ਕੁਝ ਭਾਗ ਆ ਹੋ ਗਿਆ, ਉਹ ਕੀ ਨੇ, ਐਗਜ਼ਾਮਸ ਨੇ, ਉਹ ਪੈਨ ਨੇ, ਠੀਕ ਹੈ। ਜਿਹੜਾ ਕਿ ਇਹ ਸੈਕਿੰਡ ਕੇਸ ਜਿਹੜਾ ਮੈਂ ਤੁਹਾਨੂੰ ਸਮਝਾਇਆ ਸੀ ਉਹ ਬਣ ਗਿਆ, ਠੀਕ ਹੈ ਜੀ। ਹੁਣ ਇਹਨਾਂ ਨੇ ਕਿਹਾ ਅਨੂ ਇਜ਼ ਅ ਐਗਜ਼ਾਮ। ਹੁਣ ਜਦੋਂ ਵੀ ਕਿਹਾ ਅਨੂ ਇੱਕ ਐਗਜ਼ਾਮ ਹੈ, ਐਗਜ਼ਾਮ ਵਾਲੇ ਸੈਕਸ਼ਨ ਦੇ ਵਿੱਚ ਇੱਕ ਨਿੱਕਾ ਜਿਹਾ ਗੋਲਾ ਬਣਾ ਦੇਣਾ, ਇਹ ਬਣ ਗਈ ਆਪਣੀ ਅਨੂ, ANU, ਠੀਕ ਹੈ ਜੀ। ਹੁਣ ਇਹਦੇ ਵਿੱਚ ਇੱਕ ਕੇਸ ਤਾਂ ਆ ਬਣ ਗਿਆ, ਇਹ ਬਣਨਾ ਹੁਣ ਫਿਫਥ ਜਿਹੜਾ ਤੁਹਾਨੂੰ ਮੈਂ ਕੇਸ ਸਮਝਾਇਆ ਸੀ ਉਹਦੇ ਅਕੋਰਡਿੰਗ ਬਣੂਗਾ। ਦੂਸਰਾ ਕੇਸ ਬਣੂਗਾ ਕਿ ਇਹਦੇ ਵਿੱਚ ਕੀ ਆ ਗਿਆ, ਐਗਜ਼ਾਮ ਦੇ ਵਿੱਚ ਜਿਹੜਾ ਹੈਗਾ ਅਨੂ ਇੱਕ ਐਗਜ਼ਾਮ ਹੈ, ਠੀਕ ਹੈ। ਅਨੂ ਥੋੜੀ ਜੀ ਪੈਨ ਦੇ ਵਿੱਚ ਵੀ ਆਊਗੀ, ਠੀਕ ਹੈ ਜੀ। ਜਿਵੇਂ ਕਿ ਆਪਾਂ ਤਾਂ ਪਹਿਲਾਂ ਕੇਸ ਬਣਾ ਲਿਆ ਦੂਜੇ ਵਾਂਗੂ, ਠੀਕ ਹੈ ਜੀ, ਸਟੇਟਮੈਂਟ ਪੜ੍ਹ ਕੇ ਜਿਵੇਂ ਆਪਾਂ ਪਹਿਲਾਂ ਬਣਾਇਆ ਸੀ। ਹੁਣ ਹੋ ਸਕਦਾ ਅਨੂ ਇੱਥੇ ਵੀ ਆ ਸਕਦੀ ਹੈ, ਠੀਕ ਹੈ ਜੀ। ਅਨੂ ਜ਼ਰੂਰੀ ਨਹੀਂ, ਜੇ ਅਗਰ ਅਨੂ ਆਪਣੀ ਐਗਜ਼ਾਮ ਹੈ, ਅਨੂ ਪੈਨ ਵੀ ਹੋ ਸਕਦੀ ਹੈ, ਠੀਕ ਹੈ ਜੀ। ਉਹਨਾਂ ਨੇ ਐਂ ਕਿਹਾ ਐਗਜ਼ਾਮ ਦੇ ਵਿੱਚ ਹੈ, ਮਤਲਬ ਕਿ ਅਨੂ ਇੱਕ ਐਗਜ਼ਾਮ ਹੈ, ਜ਼ਰੂਰੀ ਥੋੜੀ ਕੱਲੀ ਐਗਜ਼ਾਮ ਹੈ, ਪੈਨ ਵੀ ਹੋ ਸਕਦੀ ਹੈ। ਐਗਜ਼ਾਮ ਇੱਥੇ ਵੀ ਆਉਂਦੇ ਆ, ਦੇਖੋ ਅੱਧੇ ਐਗਜ਼ਾਮ ਵੀ ਆਉਂਦੇ ਨਾ, ਜਿਵੇਂ ਆਪਾਂ ਕਿ ਸਮ ਪੈਨਸ ਆਰ ਐਗਜ਼ਾਮ, ਠੀਕ ਹੈ। ਉਵੇਂ ਆਪਾਂ ਵਿੱਚ ਇੱਕ ਪੈਨ ਦੇ ਵਿੱਚ ਅਨੂ ਵੀ ਆ ਸਕਦੀ ਹੈ। ਸੋ ਇਹ ਦੋ ਸਟੇਟਮੈਂਟਾਂ ਬਣ ਸਕਦੀਆਂ, ਬਟ ਇਹ ਜ਼ਿਆਦਾ ਕੇਸਿਸ ਆਉਂਦੇ ਨਹੀਂ, ਬਟ ਇਹ ਤੁਹਾਨੂੰ ਸਮਝ ਆਉਣਾ ਚਾਹੀਦਾ ਹੈ। ਹੁਣ ਆਪਾਂ ਸਟੇਟਮੈਂਟ ਦੇ ਅਕੋਰਡਿੰਗ ਪੜ੍ਹਦੇ ਹਾਂ, ਪਰ ਉਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਜਿਵੇਂ ਕਿ ਆਪਾਂ ਨੂੰ ਆ 4 ਫੋਲੋਜ਼ ਦਿੱਤੇ ਹੁੰਦੇ ਆ, 1 ਫੋਲੋ 1 ਫੋਲੋ 2, 1 ਔਰ 2 ਬੋਥ ਫੋਲੋ ਕਰਦੀ ਹੈ, ਕੋਈ ਵੀ ਨਹੀਂ ਫੋਲੋ ਕਰਦੀ। ਫਿਰ ਚੌਥਾ ਕੇਸ ਇੱਕ ਦੇ ਸਕਦੇ ਆ, ਆਈਦਰ A ਪਹਿਲੀ ਫੋਲੋ ਕਰੂਗੀ, ਆਈਦਰ ਸੈਕਿੰਡ ਫੋਲੋ ਕਰੂਗੀ, ਠੀਕ ਹੈ। ਹੁਣ ਦੋਨਾਂ ਵਿੱਚ ਕੀ ਕਰਨਾ ਆਪਾਂ, ਪਹਿਲਾਂ ਆਪਾਂ ਸਟੇਟਮੈਂਟ ਕਨਕਲੂਜਨ ਦੇ ਅਕੋਰਡਿੰਗ ਆਨਸਰ ਕੱਢਣਾ। ਪਹਿਲਾਂ ਕਹਿੰਦਾ ਐਂਜਲ ਇਜ਼ ਨੋਟ ਅ ਪੈਨ। ਇਹਦੇ ਵਿੱਚ ਕੀ ਕਹਿੰਦੇ, ਐਂਜਲ ਪੈਨ ਨਹੀਂ ਹੈ, ਠੀਕ ਹੈ। ਐਂਜਲ ਪੈਨ ਹੈ ਹੀ ਨਹੀਂ ਗੀ, ਆ ਦੇਖੋ ਜੀ ਇਹ ਪੈਨ ਦੇ ਸੈਕਸ਼ਨ 'ਚ ਐਂਜਲ ਕਿਤੇ ਨਹੀਂ ਦਿਖ ਰਹੀ, ਨਾ ਇੱਥੇ ਨਾ ਇੱਥੇ। ਸੋ ਪਹਿਲੀ ਸਟੇਟਮੈਂਟ ਦੇ ਵਿੱਚ ਇਹ ਹੈਗੇ ਗਲਤ। ਸੋ ਪਹਿਲੀ ਸਟੇਟਮੈਂਟ ਤਾਂ ਫੋਲੋ ਨਹੀਂ ਕਰਦੀ, ਠੀਕ ਹੈ। ਆਪਾਂ ਪਹਿਲਾਂ ਆ ਮੰਨ ਲੈਂਦੇ ਹਾਂ, ਠੀਕ ਹੈ। ਦੂਸਰੀ ਵਿੱਚ ਕੀ ਹੈ, ਐਂਜਲ ਨੀਡ ਨੋਟ ਇਜ਼ ਅ ਪੈਨ, ਠੀਕ ਹੈ, ਨੋਟ ਅ ਪੈਨ, ਇਹ ਮਤਲਬ ਸਹੀ ਹੋਗੀ, ਠੀਕ ਹੈ। ਪਹਿਲੀ ਸਟੇਟਮੈਂਟ, ਸੌਰੀ ਮੈਂ ਤੋਂ ਬਾਈ ਮਿਸਟੇਕ ਹੋ ਗਈ। ਸੋ ਕਹਿੰਦੇ ਐਂਜਲ ਇਜ਼ ਨੋਟ ਅ ਪੈਨ, ਇਹ ਬਿਲਕੁਲ ਸਹੀ ਹੋਗੀ ਪਹਿਲੀ ਸਟੇਟਮੈਂਟ, ਠੀਕ ਹੈ। ਦੂਸਰੀ ਸਟੇਟਮੈਂਟ ਐਂਜਲ ਇਜ਼ ਅ ਪੈਨ, ਇਹਦੇ ਵਿੱਚ ਐਂਜਲ ਪੈਨ ਹੈਗੀ ਹੈ, ਨਹੀਂ ਹੈਗੀ, ਠੀਕ ਹੈ ਜੀ। ਇਹਦੇ ਵਿੱਚ ਫਿਰ ਇਹ ਮਤਲਬ ਦੂਸਰੀ ਸਟੇਟਮੈਂਟ ਦੇ ਅਕੋਰਡਿੰਗ ਇਹ ਗਲਤ ਹੈ। ਜੇ ਆਪਾਂ ਆਹ ਬਕਸੇ ਦੇ ਅਕੋਰਡਿੰਗ ਆਪਾਂ ਦੂਸਰੀ ਸਟੇਟਮੈਂਟ ਦੇਖੀਏ ਤਾਂ ਗਲਤ ਹੈ, ਵੀ ਨਹੀਂ ਹੈਗੀ ਸਟੇਟਮੈਂਟ ਟਰੂ, ਠੀਕ ਹੈ, ਫੋਲੋ ਨਹੀਂ ਕਰਦੀ। ਹੁਣ ਅਗਲੀ ਆਪਾਂ ਸਟੇਟਮੈਂਟਾਂ ਇਹਦੇ ਅਕੋਰਡਿੰਗ ਮਿਲਾਉਣੀਆਂ, ਆਹ ਸਟੇਟਮੈਂਟਾਂ ਹੁਣ ਇਹ ਡਾਇਗਰਾਮ ਦੇ ਅਕੋਰਡਿੰਗ ਮਿਲਾਈਏ। ਐਂਜਲ ਇਜ਼ ਨੋਟ ਪੈਨ, ਠੀਕ ਹੈ, ਐਂਜਲ ਇਜ਼ ਨੋਟ ਅ ਪੈਨ, ਇਹ ਫਿਰ ਗਲਤ ਹੋ ਗਈ, ਠੀਕ ਹੈ ਜੀ। ਪਹਿਲੀ ਸਟੇਟਮੈਂਟ ਫਿਰ ਇਹਦੀ ਗਲਤ ਹੋ ਗਈ ਇਹ ਡਾਇਗਰਾਮ ਦੇ ਅਕੋਰਡਿੰਗ, ਠੀਕ ਹੈ ਜੀ। ਸੋ ਐਂਜਲ ਜਿਹੜੀ ਹੈਗੀ ਹੈ ਪੈਨ ਹੈਗੀ ਹੈ, ਆ ਦੇਖੋ ਥੋੜਾ ਜਿਹਾ ਸਰਕਲ ਬਣਿਆ ਆ, ਠੀਕ ਹੈ ਜੀ। ਤੇ ਜੇ ਕਹੀਏ ਐਂਜਲ ਇਜ਼ ਅ ਪੈਨ, ਮਤਲਬ ਕਿ ਜੇ ਅਗਰ ਆਪਾਂ ਸਟੇਟਮੈਂਟ ਸੈਕਿੰਡ ਲਾਈਏ ਇਹਦੇ ਅਕੋਰਡਿੰਗ, ਫਿਰ ਉਹ ਦੂਸਰੀ ਸਟੇਟਮੈਂਟ ਸਹੀ ਹੋਗੀ। ਹੁਣ ਇਸ ਕੇਸ ਦੇ ਵਿੱਚ ਪਤਾ ਕੀ ਹੁੰਦਾ ਮੇਰੇ ਵੀਰੋ, ਤੁਹਾਨੂੰ ਆਹ ਆਪਸ਼ਨ ਦਿੱਤੀ ਹੋਵੇਗੀ ਸਟੇਟਮੈਂਟ ਦੇ ਵਿੱਚ, ਜਦੋਂ ਉੱਪਰ ਆਪਾਂ ਪੜਾਂਗੇ ਉਸ ਦੇ ਵਿੱਚ ਤੁਸੀਂ ਫਿਰ ਆਹ ਆਪਸ਼ਨ ਟਿਕ ਕਰੋਗੇ। ਇਹ ਆਈਦਰ 1 ਹੋ ਸਕਦੀ ਹੈ ਜਾਂ ਆਈਦਰ 2 ਹੋ ਸਕਦੀ ਹੈ, ਆਈਦਰ 1 ਔਰ 2 ਫੋਲੋ,
ਠੀਕ ਹੈ। ਇਹ ਹੁਣ ਆਪਾਂ ਨੂੰ ਪਤਾ ਕਿਵੇਂ ਚੱਲੂਗਾ, ਤੁਸੀਂ ਕਹੋਗੇ ਇਹ ਹੁਣ ਜਦੋਂ ਤੁਸੀਂ ਸਮ ਸੋਲਵ ਕਰੋਗੇ ਤੁਹਾਨੂੰ ਉਸ ਦੀ ਸਟੇਟਮੈਂਟ ਤੋਂ ਹੀ ਪਤਾ ਲੱਗ ਜਾਵੇਗਾ ਵੀ ਜਿਹੜੀ ਹੈਗੀ ਆ ਸਮ ਐਗਜ਼ਾਮਸ ਆਰ ਪੈਨਸ ਜਿਵੇਂ ਲਿਖਿਆ ਹੋਇਆ ਆ ਲਿਖਤਾ, ਤੇ ਅਨੂ ਇਜ਼ ਅ ਐਗਜ਼ਾਮ, ਅਨੂ ਇਜ਼ ਅ ਐਗਜ਼ਾਮ। ਹੁਣ ਤੁਸੀਂ ਇਹ ਦਿਮਾਗ ਆਪਦਾ ਲਾਓ ਵੀ ਅਨੂ ਜੇ ਐਗਜ਼ਾਮ ਹੈ, ਉਹ ਐਗਜ਼ਾਮ ਇੱਥੇ ਵੀ ਆ ਸਕਦੀ ਹੈ, ਪੇਪਰ ਮਤਲਬ ਪੈਨ ਵੀ ਹੋ ਸਕਦੀ ਹੈ, ਉਹ ਇੱਥੇ ਵੀ ਆ ਸਕਦੀ ਹੈ। ਸੋ ਇਸ ਕਰਕੇ ਇਹ ਐਕਸੈਪਸ਼ਨਲ ਕੇਸਿਸ ਹੁੰਦੇ ਆ, ਇਹ ਜ਼ਿਆਦਾਤਰ ਆਉਂਦੇ ਨਹੀਂ, ਬਟ ਤੁਹਾਨੂੰ ਮੈਂ ਐਡਵਾਂਸ 'ਚ ਸਿਖਾਤਾ ਵੀ ਅਗਰ ਜੇ ਤੁਹਾਨੂੰ ਗਾਂ ਆਣ ਤਾਂ ਤੁਸੀਂ ਹੱਲ ਕਰ ਸਕਿਓ। ਠੀਕ ਹੈ ਜੀ। ਸੋ ਹੁਣ ਆਪਾਂ ਅਗਲਾ ਐਡਵਾਂਸ ਲੈਵਲ ਕਰਦੇ ਹਾਂ। ਸਿਰਫ 4 ਕੁਐਸਚਨ ਤੁਹਾਨੂੰ ਕਰਾਣੇ ਆ ਤੇ 4 ਤੋਂ ਇਲਾਵਾ ਕੋਈ ਵੀ ਪੇਪਰ ਦੇ ਵਿੱਚ ਕੁਐਸਚਨ ਨਹੀਂ ਆਵੇਗਾ। ਠੀਕ ਹੈ ਜੀ। ਸੋ ਫਸਟ 2 ਤਾਂ ਜਿਹੜੇ ਹੈਗੇ ਇਹਨਾਂ ਵਿੱਚੋਂ ਹੀ ਜ਼ਿਆਦਾ ਆਉਂਦੇ ਆ, ਸੋ ਇਹਨਾਂ ਨੂੰ ਜ਼ਿਆਦਾ ਵੇਖਿਓ ਵੀਡੀਓ ਨੂੰ। ਜੇ ਅਗਰ ਹਾਂਜੀ, ਹੁਣ ਕੁਐਸਚਨ ਜਿਹੜਾ ਐਡਵਾਂਸ ਲੈਵਲ ਦਾ ਇਹ ਕੁਐਸਚਨ ਤੁਹਾਨੂੰ ਜਮਾ ਮਤਲਬ ਕਿ ਉਲਝਾ ਦੇਵੇਗਾ। ਮੇਰੇ ਦੋਸਤ ਕਹਿਣਗੇ ਵੀ ਇਹਦੇ ਨਾਲ ਦਾ ਤਾਂ ਕਦੇ ਕੁਐਸਚਨ ਅਸੀਂ ਵੇਖਿਆ ਹੀ ਨਹੀਂ ਸੀਗਾ। ਸੋ ਇਹਨਾਂ ਨੇ ਕਿਹਾ ਲਤਾ ਇਜ਼ ਅ ਬਿਊਟੀਫੁਲ ਗਰਲ ਐਂਡ ਇੰਟੈਲੀਜੈਂਟ। ਸੋ ਇਸ ਦਾ ਜਿਹੜਾ ਹੈਗਾ ਸਰਕਲ ਇਦਾਂ ਬਣੇਗਾ। ਠੀਕ ਹੈ ਜੀ। ਲਤਾ ਦਾ ਪਹਿਲਾਂ ਆਪਾਂ ਛੋਟਾ ਜਿਹਾ ਸਰਕਲ ਬਣਾਵਾਂਗੇ, ਇੱਥੇ ਲਿਖਾਂਗੇ ਲਤਾ, ਉਹਨਾਂ ਨੇ ਕੀ ਕਿਹਾ ਸੀ ਬਿਊਟੀਫੁਲ। ਸੋ ਬਿਊਟੀਫੁਲ ਜਿਹੜਾ ਹੈਗਾ ਇੱਥੇ ਬਣ ਜਾਊਗਾ ਬਿਊਟੀਫੁਲ। ਠੀਕ ਹੈ। ਤੇ ਇੰਟੈਲੀਜੈਂਟ ਵੀ ਕਿਹਾ ਸੀ, ਫਿਰ ਇੰਟੈਲੀਜੈਂਟ ਦਾ ਸਰਕਲ ਬਣਾ ਦਾਂਗੇ। ਠੀਕ ਹੈ ਜੀ। ਕੁਐਸਚਨ ਦੇ ਅਕੋਰਡਿੰਗ ਇੰਟੈਲੀਜੈਂਟ ਦਾ ਸਰਕਲ, ਇੰਟੈਲੀਜੈਂਟ ਸਾਰੀਆਂ ਕੁੜੀਆਂ ਦੇ ਵਿੱਚੋਂ ਇੱਕ ਲਤਾ ਹੈ, ਬਿਊਟੀਫੁਲ ਸਾਰੀਆਂ ਕੁੜੀਆਂ ਦੇ ਵਿੱਚੋਂ ਇੱਕ ਲਤਾ ਹੈ। ਠੀਕ ਹੈ। ਫਿਰ ਉਸ ਤੋਂ ਬਾਅਦ ਕੁਐਸਚਨ ਆ ਗਿਆ ਆਪਣਾ ਸ਼ੀ ਇਜ਼ ਵੈਰੀ ਗੁੱਡ। ਲਤਾ ਗੁੱਡ ਵੀ ਹੈ, ਚੰਗੀ ਵੀ ਹੈ। ਠੀਕ ਹੈ ਜੀ। ਲਤਾ ਨੂੰ ਆਪਾਂ ਚੰਗੀ ਬਣਾਤਾ ਹੁਣ ਆਲਾ ਗੁੱਡ। ਇਹ ਸਾਰੇ ਹੁਣ ਆਪਦੇ ਵਿੱਚ ਸਾਰੇ ਆ, ਉਹਨਾਂ ਵਿੱਚੋਂ ਸਿਰਫ ਇੱਕ ਕੁੜੀ ਲਤਾ ਹੈ ਜਿਹੜੀ ਕਿ ਮਤਲਬ ਕਿ ਸਾਰਿਆਂ ਵਿੱਚੋਂ ਇੱਕ ਵੈਲਿਊ ਹੈਗੀ ਹੈ। ਹੁਣ ਆਪਾਂ ਜੇ ਵੇਖੀਏ ਮੇਰੇ ਦੋਸਤੋ ਪਹਿਲੀ ਸਟੇਟਮੈਂਟ ਦੇ ਆਲ ਬਿਊਟੀਫੁਲ ਗਰਲਸ ਆਰ ਇੰਟੈਲੀਜੈਂਟ, ਤੁਹਾਨੂੰ ਦਿਖ ਰਿਹਾ ਵੀ ਸਾਰੀਆਂ ਬਿਊਟੀਫੁਲ ਗਰਲਸ ਹੈ ਜਿਹੜੀਆਂ ਇੰਟੈਲੀਜੈਂਟ ਹੈ? ਨਹੀਂ ਨਾ। ਸਾਰੀਆਂ ਬਿਊਟੀਫੁਲ ਗਰਲਸ ਕਹਿੰਦੇ ਇੰਟੈਲੀਜੈਂਟ ਹੈ? ਨਹੀਂ ਨਾ, ਕਿਉਂਕਿ ਇਹ ਕੁਝ ਕੁ ਗਰਲਸ ਹੀ ਹੈ ਜਿਹੜੀਆਂ ਇੰਟੈਲੀਜੈਂਟ ਹੈ। ਆ ਇੰਟੈਲੀਜੈਂਟ ਦਾ ਸਰਕਲ ਥੋੜਾ ਜਿਹਾ ਹੀ ਆਉਂਦਾ ਜਿਹੜਾ ਬਿਊਟੀਫੁਲ ਦੇ ਵਿੱਚ ਹੈ ਨਾ ਜੀ। ਸੋ ਇਸ ਦੇ ਅਕੋਰਡਿੰਗ ਪਹਿਲੀ ਸਟੇਟਮੈਂਟ ਤਾਂ ਹੋਗੀ ਗਲਤ। ਠੀਕ ਹੈ ਜੀ। ਸੋ ਦੂਸਰੀ ਸਟੇਟਮੈਂਟ ਕੀ ਹੈ? ਬਿਊਟੀਫੁਲ ਗਰਲਸ ਐਂਡ ਇੰਟੈਲੀਜੈਂਟ ਆਰ ਦਾ ਐਸੈਂਸ਼ੀਅਲ ਫੈਕਟਰ ਆਫ ਗੁੱਡਨੈਸ। ਜਿਹੜਾ ਇਹਦਾ ਫੈਕਟਰ ਜਿਹੜਾ ਐਸੈਂਸ਼ੀਅਲ ਫੈਕਟਰ ਹੈ ਬਿਊਟੀਫੁਲ ਗਰਲ ਇੰਟੈਲੀਜੈਂਟ। ਹੁਣ ਤੁਹਾਨੂੰ ਮੈਂ ਦੱਸਾਂ ਜੇ ਅਗਰ ਇਹਦਾ ਬਣਾਉਣਾ ਹੋਵੇ, ਮਤਲਬ ਕਹਿੰਦੇ ਵੀ ਸਟੇਟਮੈਂਟ ਦੇ ਥਰੂ ਦੇ ਅਕੋਰਡਿੰਗ ਉਹਨਾਂ ਨੇ ਐਂ ਕਿਹਾ ਵੀ ਗੁੱਡਨੈਸ ਦਾ ਐਸੈਂਸ਼ੀਅਲ ਫੈਕਟਰ ਹੈ ਬਿਊਟੀਫੁਲ ਹੋਣਾ ਤੇ ਇੰਟੈਲੀਜੈਂਟ ਹੋਣਾ, ਫਿਰ ਆਹ ਸਰਕਲ ਬਣਨਾ ਸੀਗਾ। ਹੁਣ ਇਹਦੇ ਅਕੋਰਡਿੰਗ ਗੁੱਡਨੈਸ ਨਾ ਹੀ ਤਾਂ ਆਪਾਂ ਨੂੰ ਜ਼ਿਆਦਾ ਬਿਊਟੀਫੁਲ ਤੇ ਨਾ ਹੀ ਇੰਟੈਲੀਜੈਂਟ, ਇਸ ਦੇ ਅਕੋਰਡਿੰਗ ਇਹ ਚੀਜ਼ਾਂ ਫੈਕਟਰ ਨਹੀਂ ਆਉਂਦੀਆਂ ਪਈਆਂ ਵਿੱਚ ਗੁੱਡ ਦੇ ਵਿੱਚ। ਸੋ ਇਹਦਾ ਮਤਲਬ ਇਹ ਵੀ ਗਲਤ ਹੈ। ਸੋ ਇਹਦਾ ਆਨਸਰ ਫਿਰ ਤੁਸੀਂ ਮੇਰੇ ਵੀਰੋ ਤੁਸੀਂ ਖੁਦ ਦੱਸੋ ਕੀ ਹੋਵੇਗਾ? ਇਹਦਾ ਹੋਵੇਗਾ ਨਨ ਆਫ ਥੀਸ। ਠੀਕ ਹੈ। ਇਹਦੇ ਨਾਲ ਦੇ ਕੁਐਸਚਨ ਤੁਹਾਨੂੰ ਆਣਗੇ, ਬੜੇ ਹੀ ਈਜ਼ੀ ਹੁੰਦੇ ਆ। ਠੀਕ ਹੈ ਜੀ। ਸੋ ਸਾਰੇ ਦੋਸਤਾਂ ਨੂੰ ਮੈਂ ਕਹਿਣਾ ਚਾਹਾਂਗਾ ਵੀ ਤੁਹਾਨੂੰ ਇਹ ਮੈਂ ਪ੍ਰੈਕਟਿਸ ਕਰਾਤੀ ਹੈ, ਇਦੋਂ ਬਾਹਰ ਕੋਈ ਐਗਜ਼ਾਮ ਨਹੀਂ ਆਉਣ ਵਾਲਾ। ਜਿਹੜੇ ਕੇਸ ਤੁਹਾਨੂੰ ਮੈਂ ਕਰਾਏ ਆ, ਠੀਕ ਹੈ ਜੀ, ਉਹ ਕੇਸਿਸ ਨੂੰ ਤੁਸੀਂ ਰਿਵਾਈਜ਼ ਕਰੋ ਤੇ ਚੰਗੀ ਤਰ੍ਹਾਂ ਸਮਝੋ ਵੀ ਮੈਂ ਕੀ ਗੱਲ ਸਮਝਾਈ ਹੈ। ਜੇ ਅਗਰ ਤੁਸੀਂ ਇਦੋਂ ਬਾਹਰ ਸਮਝੋਗੇ, ਮਤਲਬ ਕਿ ਹੋਰ ਵੀਡੀਓਜ਼ ਵੇਖੋਗੇ, ਤੁਸੀਂ ਉਲਝ ਜਾਵੋਗੇ। ਸੋ ਮੇਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਣਾ ਸੀ ਵੀ ਸਟੇਟਮੈਂਟ ਕੰਕਲੂਜਨ ਜਿਹੜਾ ਚੈਪਟਰ ਅੱਜ ਖਤਮ ਕਰ ਦਿੱਤਾ। ਇੱਕ ਹੋਰ ਸਟੇਟਮੈਂਟ ਕੰਕਲੂਜਨ ਦੇ ਚੈਪਟਰ ਦੇ ਵਿੱਚ ਉਹ ਆਉਂਦੀ ਹੈ, ਮਤਲਬ ਕਿ ਜਿਸ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰੂੰਗਾ ਵੀ ਉਹ ਕਿਸ ਤਰ੍ਹਾਂ ਦੀ ਸਟੇਟਮੈਂਟ ਹੁੰਦੀ ਹੈ। ਉਹ ਬਹੁਤ ਈਜ਼ੀ ਹੈ, ਉਹ ਜ਼ਿਆਦਾ ਹਾਰਡ ਹੈ ਨਹੀਂ, ਉਹ ਸਿਰਫ ਇੱਕ ਵੀਡੀਓ ਦੀ ਉਹ ਵੀ ਮਤਲਬ ਕਿ ਕੰਪਲੀਟ ਹੋ ਜਾਣਾ। ਉਹ ਵੀ ਉਸ ਦੇ ਵਿੱਚ ਕੁਛ ਨਹੀਂ ਹੁੰਦਾ, ਬਸ ਤੁਸੀਂ ਬੁੱਝਣਾ ਹੁੰਦਾ। ਠੀਕ ਹੈ ਜੀ। ਇੱਕ ਸਾਦਾ ਬੁੱਝੋ ਹੁੰਦਾ ਜਿਵੇਂ ਅਖਬਾਰਾਂ ਵਿੱਚ ਆਉਂਦਾ ਹੁੰਦਾ, ਉਸ ਚੀਜ਼ ਹੁੰਦੀ ਹੈ, ਉਹ ਵੀ ਤੁਹਾਨੂੰ ਸਮਝਾਵਾਂਗੇ। ਤੇ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਪਿਆਰ ਦਿਓ, ਲਾਈਕ ਕਰੋ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਜੇ ਅਗਰ ਤੁਹਾਨੂੰ ਸਮਝ ਆਇਆ ਸਟੇਟਮੈਂਟ ਐਂਡ ਕੰਕਲੂਜਨ। ਤੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਮੇਰੇ ਵੀਰ ਨਵੇਂ ਆਏ ਨੇ, ਤੇ ਸ਼ੇਅਰ ਜ਼ਰੂਰ ਕਰਿਓ ਇਹ ਵੀਡੀਓ ਨੂੰ ਤਾਂ ਕਿ ਮੇਰੇ ਜਿਹੜੇ ਵੀਰ ਫਰੈਸ਼ਰ ਨੇ ਜਾਂ ਫਿਰ ਜਿਨ੍ਹਾਂ ਨੇ ਹਜੇ ਤਿਆਰੀ ਸ਼ੁਰੂ ਕਰਨੀ ਹੈ ਤਾਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਤੇ ਸਕਰੀਨਸ਼ਾਟ ਲੈ ਲਿਓ ਜਿਹੜੇ ਕੇਸਿਸ ਨੇ ਜਾਂ ਫਿਰ ਲਿਖ ਲਿਓ ਤੁਸੀਂ ਨੋਟਬੁੱਕ ਤੇ, ਤੁਹਾਨੂੰ ਉਦੋਂ ਬਾਅਦ ਸਮਝ ਆਵੇਗੀ ਵੀ ਕੀ ਚੀਜ਼ ਸੀ। ਪਹਿਲਾਂ ਤੁਸੀਂ ਵੀਡੀਓ ਨੂੰ ਪੂਰਾ ਚੰਗੀ ਤਰ੍ਹਾਂ ਇੰਜੋਏ ਕਰੋ। ਤੇ ਓਕੇ ਜੀ, ਸਾਰਿਆਂ ਨੂੰ ਫਿਰ ਅਗਲੀ ਵੀਡੀਓ ਵਿੱਚ ਮਿਲਦੇ ਹਾਂ। ਅਗਲੀ ਵੀਡੀਓ ਹੋਵੇਗੀ ਹੁਣ 4 ਤਰੀਕ ਨੂੰ। ਠੀਕ ਹੈ ਜੀ। ਸੋ ਧੰਨਵਾਦ।